ਹੈਲੋ ਸਟੂਡੈਂਟਸ, ਸੋਸ਼ਲ ਸਾਇੰਸ PSEB ਚੈਨਲ ਤੇ ਮੈਂ ਹਰਜਿੰਦਰ ਸਿੰਘ ਆਪ ਜੀ ਦਾ ਹਾਰਦਿਕ ਸਵਾਗਤ ਕਰਦਾ ਹਾਂ। ਇਸ ਚੈਨਲ ਤੇ ਤੁਹਾਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਸਮਾਜਿਕ ਸਿੱਖਿਆ ਵਿਸ਼ੇ ਲਈ ਵੀਡੀਓਜ਼ ਪੰਜਾਬੀ ਅਤੇ ਇੰਗਲਿਸ਼ ਮੀਡੀਅਮ ਦੇ ਵਿੱਚ ਮਿਲਣਗੀਆਂ। ਸੋ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਆਲ ਤੇ ਪ੍ਰੈਸ ਕਰੋ ਤਾਂ ਕਿ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਤੁਰੰਤ ਪ੍ਰਾਪਤ ਹੋ ਜਾਵੇ। ਨਾਲ ਹੀ ਵੀਡੀਓ ਨੂੰ ਲਾਈਕ ਅਤੇ ਦੂਜੇ ਬੱਚਿਆਂ ਨਾਲ ਸ਼ੇਅਰ ਕਰੋ ਤਾਂ ਕਿ ਵੱਧ ਤੋਂ ਵੱਧ ਸਟੂਡੈਂਟਸ ਇਸ ਦਾ ਫਾਇਦਾ ਲੈ ਸਕਣ। ਆਓ ਸ਼ੁਰੂਆਤ ਕਰਦੇ ਹਾਂ 8th ਕਲਾਸ ਦੇ ਫਸਟ ਲੈਸਨ ਦੀ। ਤਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਸਿਲੇਬਸ ਦੇ ਅਕੋਰਡਿੰਗ ਬੇਟਾ ਆਪਣਾ ਜਿਹੜਾ 8th ਕਲਾਸ ਦਾ ਫਸਟ ਲੈਸਨ ਹੈ ਉਸ ਦਾ ਨਾਮ ਹੈ ਸਾਧਨ, ਕਿਸਮਾਂ ਅਤੇ ਸੰਭਾਲ। ਤਾਂ ਸਾਰੇ ਬੱਚਿਆਂ ਨੇ ਇਸ ਲੈਸਨ ਨੂੰ ਧਿਆਨ ਦੇ ਨਾਲ ਸਮਝਣਾ ਹੈ। ਸਾਧਨ ਜਿਸ ਨੂੰ ਆਪਾਂ ਸੋਮੇ ਵੀ ਕਹਿ ਦਿੰਦੇ ਹਾਂ ਅਤੇ ਇੰਗਲਿਸ਼ ਦੇ ਵਿੱਚ ਇਸ ਨੂੰ ਆਪਾਂ ਰਿਸੋਰਸਸ ਵੀ ਕਹਿ ਦਿੰਦੇ ਹਾਂ। ਇਹ ਕੀ ਹੁੰਦੇ ਨੇ, ਇਸ ਦੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਨੇ ਅਤੇ ਇਸ ਦੀ ਸਾਂਭ ਸੰਭਾਲ ਆਪਾਂ ਕਿਵੇਂ ਕਰਨੀ ਹੈ, ਇਸ ਲੈਸਨ ਦੇ ਵਿੱਚ ਆਪਾਂ ਡਿਟੇਲ ਦੇ ਵਿੱਚ ਇਸ ਦੇ ਬਾਰੇ ਜਾਣਕਾਰੀ ਹਾਸਲ ਕਰਾਂਗੇ। ਤਾਂ ਬੇਟਾ ਮਨੁੱਖ ਦੀ ਜਦੋਂ ਉਤਪਤੀ ਹੋਈ ਸੀ ਉਸ ਦੇ ਨਾਲ ਹੀ ਇਸ ਦੀਆਂ ਜ਼ਰੂਰਤਾਂ ਦਾ ਆਰੰਭ ਹੋ ਗਿਆ ਸੀ। ਜਦੋਂ ਮਨੁੱਖ ਨੇ ਇਸ ਧਰਤੀ 'ਤੇ ਜਨਮ ਲਿਆ, ਮਨੁੱਖ ਹੀ ਨਹੀਂ, ਜੀਵ ਜੰਤੂ, ਪੇੜ ਪੌਦੇ, ਠੀਕ ਹੈ, ਜਿੰਨੇ ਵੀ ਇੱਥੇ ਲਿਵਿੰਗ ਆਰਗੇਨਿਜ਼ਮਸ ਰਹਿੰਦੇ ਨੇ, ਕਹਿਣ ਦਾ ਭਾਵ ਜਿਨ੍ਹਾਂ ਦੇ ਵਿੱਚ ਜਾਨ ਹੈ, ਉਹ ਸਾਰੇ ਹੀ ਕਿਸ 'ਤੇ ਨਿਰਭਰ ਕਰਦੇ ਨੇ, ਸਾਧਨਾਂ ਦੇ ਉੱਪਰ ਹੀ ਨਿਰਭਰ ਕਰਦੇ ਨੇ ਕਿਉਂਕਿ ਉਹਨਾਂ ਦੀਆਂ ਬਹੁਤ ਜ਼ਿਆਦਾ ਜ਼ਰੂਰਤਾਂ ਹੁੰਦੀਆਂ ਨੇ। ਸ਼ੁਰੂ ਵਿੱਚ ਮਨੁੱਖ ਜਦੋਂ ਪੈਦਾ ਹੋਇਆ ਸੀ ਉਸ ਸਮੇਂ ਉਸ ਦੀਆਂ ਜ਼ਰੂਰਤਾਂ ਬਹੁਤ ਜ਼ਿਆਦਾ ਘੱਟ ਸੀ, ਸੀਮਤ ਜ਼ਰੂਰਤਾਂ ਸੀ। ਤੁਸੀਂ 6th ਕਲਾਸ ਦੇ ਵਿੱਚ ਅਰਲੀ ਹਿਊਮਨ ਜਾਂ ਆਦਿ ਮਾਨਵ ਬਾਰੇ ਸੁਣਿਆ ਹੋਊਗਾ। ਉਸ ਦੇ ਵਿੱਚ ਆਪਾਂ ਕੀ ਪੜ੍ਹਿਆ ਸੀਗਾ 6th ਕਲਾਸ ਦੇ ਵਿੱਚ ਵੀ ਜਿਹੜਾ ਅਰਲੀ ਹਿਊਮਨ ਸੀਗਾ, ਆਦਿ ਮਾਨਵ ਸੀ, ਉਹ ਜੰਗਲਾਂ ਦੇ ਵਿੱਚ ਰਹਿੰਦਾ ਸੀ। ਉਸ ਦੀਆਂ ਜ਼ਰੂਰਤਾਂ ਬਹੁਤ ਹੀ ਜ਼ਿਆਦਾ ਘੱਟ ਸੀ ਤਾਂ ਉਸ ਨੂੰ ਕੁਦਰਤੀ ਸਾਧਨਾਂ 'ਤੇ ਹੀ ਨਿਰਭਰ ਹੋ ਕੇ ਰਹਿਣਾ ਪੈਂਦਾ ਸੀ ਕਿਉਂਕਿ ਜੰਗਲਾਂ ਦੇ ਵਿੱਚ ਰਹਿੰਦਾ ਸੀਗਾ, ਉਹ ਫਲ ਫਰੂਟ ਖਾਂਦਾ ਸੀਗਾ ਅਤੇ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਕੇ ਖਾਂਦਾ ਸੀ। ਇਸ ਕਰਕੇ ਉਸ ਦੀਆਂ ਜ਼ਰੂਰਤਾਂ ਬਹੁਤ ਹੀ ਜ਼ਿਆਦਾ ਘੱਟ ਸੀ। ਪਰ ਜਿਵੇਂ ਜਿਵੇਂ ਮਨੁੱਖ ਦਾ ਵਿਕਾਸ ਹੋਇਆ ਉਸ ਤਰ੍ਹਾਂ ਉਸ ਦੀਆਂ ਜ਼ਰੂਰਤਾਂ ਵੀ ਵੱਧਦੀਆਂ ਗਈਆਂ ਅਤੇ ਉਸ ਨੂੰ ਨੈਚੁਰਲ ਰਿਸੋਰਸਿਸ 'ਤੇ ਨਿਰਭਰਤਾ ਵੀ ਉਸ ਦੀ ਲਗਾਤਾਰ ਵੱਧਦੀ ਗਈ। ਤਾਂ ਸਾਧਨ ਕੀ ਹੁੰਦੇ ਨੇ? ਸਾਧਨ ਹੁੰਦੇ ਨੇ ਬੇਟਾ ਅਜਿਹੀਆਂ ਪਰਿਸਥਿਤੀਆਂ ਜਾਂ ਅਜਿਹੇ ਸੋਮੇ ਜਿਹੜੇ ਅਰਥਵਾਨ ਹੁੰਦੇ ਨੇ ਅਤੇ ਜਿਹੜੇ ਕਿ ਮਨੁੱਖਾਂ ਦੀਆਂ ਜ਼ਰੂਰਤਾਂ ਦੀ ਪੂਰਤੀ ਕਰਦੇ ਨੇ। ਠੀਕ ਹੈ, ਕਹਿਣ ਦਾ ਭਾਵ ਇਹ ਹੈ ਵੀ ਮਨੁੱਖ ਹੈ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਵਾਸਤੇ ਜਿਨ੍ਹਾਂ ਕੁਦਰਤੀ ਸੋਮਿਆਂ 'ਤੇ ਨਿਰਭਰ ਹੁੰਦਾ ਹੈ, ਜਿਨ੍ਹਾਂ ਨੈਚੁਰਲ ਰਿਸੋਰਸਿਸ 'ਤੇ ਡਿਪੈਂਡ ਹੁੰਦਾ ਹੈ ਮਨੁੱਖ, ਉਸ ਨੂੰ ਆਪਾਂ ਕੀ ਕਹਿੰਦੇ ਹਾਂ? ਸਾਧਨ ਕਹਿੰਦੇ ਹਾਂ। ਠੀਕ ਹੈ, ਤਾਂ ਇਹਨਾਂ ਨੇ ਵੀ ਲਿਖਿਆ ਹੈਗਾ ਵੀ ਜਿਵੇਂ ਜਿਵੇਂ ਮਨੁੱਖ ਦੀਆਂ ਜ਼ਰੂਰਤਾਂ ਵਧਣੀਆਂ ਸ਼ੁਰੂ ਹੋ ਗਈਆਂ ਉਵੇਂ ਉਵੇਂ ਮਨੁੱਖ ਆ ਜਿਹੜਾ ਉਹ ਨੈਚੁਰਲ ਰਿਸੋਰਸਿਸ 'ਤੇ ਜ਼ਿਆਦਾ ਡਿਪੈਂਡ ਹੋਣਾ ਸ਼ੁਰੂ ਹੋ ਗਿਆ। ਤਾਂ ਇਸ ਸਮੇਂ ਦੇਖੋ ਆਪਾਂ ਪੂਰੀ ਤਰ੍ਹਾਂ ਹੀ ਨੈਚੁਰਲ ਰਿਸੋਰਸਿਸ 'ਤੇ ਡਿਪੈਂਡ ਆਂਗੇ। ਠੀਕ ਹੈ, ਤਾਂ ਉਸਨੇ ਕੀ ਕੀਤਾ, ਮਨੁੱਖ ਨੇ ਜਿਵੇਂ ਜਿਵੇਂ ਉਸਨੇ ਵਿਕਾਸ ਕਰਨਾ ਸ਼ੁਰੂ ਕਰ ਦਿੱਤਾ ਉਸੇ ਤਰ੍ਹਾਂ ਹੀ ਮਿੱਟੀ ਨੂੰ, ਦਰਖਤਾਂ ਨੂੰ, ਪਾਣੀ ਨੂੰ, ਪੱਥਰਾਂ ਨੂੰ ਵਰਤੋਂ ਦੇ ਵਿੱਚ ਲਿਆਉਣਾ ਸ਼ੁਰੂ ਕਰਤਾ ਕਿਉਂਕਿ ਸ਼ੁਰੂਆਤ ਦੇ ਵਿੱਚ ਮਨੁੱਖ ਸੀ ਜੰਗਲਾਂ ਦੇ ਵਿੱਚ ਰਹਿੰਦਾ ਸੀ। ਜਿਵੇਂ ਜਿਵੇਂ ਉਸ ਦੇ ਦਿਮਾਗ ਦਾ ਵਿਕਾਸ ਹੁੰਦਾ ਗਿਆ ਅਤੇ ਜਿਵੇਂ ਜਿਵੇਂ ਉਸ ਦੀਆਂ ਜ਼ਰੂਰਤਾਂ ਵੱਧਦੀਆਂ ਗਈਆਂ ਉਸੇ ਤਰ੍ਹਾਂ ਹੀ ਉਸਨੇ ਕੀ ਕੀਤਾ, ਕੁਦਰਤ ਦੇ ਵਿੱਚ ਜੋ ਵੀ ਉਸ ਨੂੰ ਆਸੇ ਪਾਸੇ ਵਰਤੋਂ ਦੀਆਂ ਚੀਜ਼ਾਂ ਦਿਖਾਈ ਦੇ ਰਹੀਆਂ ਸੀ ਉਸ ਨੂੰ ਉਸਨੇ ਵਰਤੋਂ ਵਿੱਚ ਲਿਆਉਣਾ ਸ਼ੁਰੂ ਕਰ ਦਿੱਤਾ। ਤਾਂ ਇਸ ਕਰਕੇ ਅੱਜ ਦੇ ਸਮੇਂ ਦੇ ਵਿੱਚ ਜਿਹੜੀਆਂ ਇਹ ਲੋੜਾਂ ਨੇ, ਮਨੁੱਖ ਦੀਆਂ ਜ਼ਰੂਰਤਾਂ ਨੇ, ਉਸ ਨੂੰ ਪੂਰਾ ਕਰਨਾ ਵੀ ਬਹੁਤ ਜ਼ਿਆਦਾ ਔਖਾ ਹੋ ਰਿਹਾ ਹੈ, ਜਿਸ ਕਰਕੇ ਲਗਾਤਾਰ ਮਨੁੱਖ ਜਿਹੜਾ ਕੁਦਰਤੀ ਸਾਧਨਾਂ ਦੇ ਉੱਪਰ ਨਿਰਭਰ ਹੈ ਅਤੇ ਉਸ ਦੀ ਲਗਾਤਾਰ ਵਰਤੋਂ ਕਰਦਾ ਆ ਰਿਹਾ ਹੈ। ਠੀਕ ਹੈ ਜੀ, ਮਨੁੱਖ ਆਪਣੇ ਆਲੇ ਦੁਆਲੇ ਦੀਆਂ ਪਰਿਸਥਿਤੀਆਂ ਤੋਂ ਆਪਣੀਆਂ ਲੋੜਾਂ ਪੂਰੀਆਂ ਕਰਨ ਦਾ ਯਤਨ ਕਰਦਾ ਰਿਹਾ। ਠੀਕ ਹੈ, ਤਾਂ ਇਸੇ ਨੂੰ ਹੀ ਕੀ ਕਹਿੰਦਾ, ਇਹਨਾਂ ਪਰਿਸਥਿਤੀਆਂ ਨੂੰ ਆਪਾਂ ਕੀ ਕਹਿੰਦੇ ਹਾਂ? ਸਾਧਨ ਜਾਂ ਸੋਮਾ ਕਹਿੰਦੇ ਹਾਂ, ਜਾਂ ਆਪਾਂ ਇੰਗਲਿਸ਼ ਦੇ ਵਿੱਚ ਇਸ ਨੂੰ ਕੀ ਕਹਿੰਦੇ ਹਾਂ? ਰਿਸੋਰਸਿਸ ਕਹਿੰਦੇ ਹਾਂ। ਠੀਕ ਹੈ, ਤਾਂ ਇਸ ਲਈ ਇਹਨਾਂ ਨੇ ਲਿਖਿਆ ਜਿਵੇਂ ਦੇਖੋ, ਇਸ ਲਈ ਅਜਿਹੇ ਕੁਦਰਤੀ ਜਾਂ ਮਨੁੱਖ ਦੁਆਰਾ ਬਣਾਏ ਗਏ ਅਰਥਵਾਨ ਪਦਾਰਥ, ਕੁਦਰਤੀ ਜਾਂ ਫਿਰ ਮਨੁੱਖ ਦੁਆਰਾ ਬਣਾਏ ਗਏ, ਠੀਕ ਹੈ, ਦੋਨੋਂ ਪ੍ਰਕਾਰ ਦੇ ਆਪਾਂ ਇਹਨਾਂ ਦੇ ਬਾਰੇ ਜਾਣਾਂਗੇ ਅੱਗੇ ਲੈਸਨ ਦੇ ਵਿੱਚ, ਜਿਹੜੇ ਕਿ ਮਨੁੱਖ ਦੀਆਂ ਜ਼ਰੂਰਤਾਂ ਜਾਂ ਲੋੜਾਂ ਨੂੰ ਪੂਰਾ ਕਰਦੇ ਹੈ ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ? ਰਿਸੋਰਸਿਸ ਕਹਿੰਦੇ ਆ ਜਾਂ ਫਿਰ ਸਾਧਨ ਕਹਿੰਦੇ ਆ। ਠੀਕ ਹੈ, ਦੁਬਾਰਾ ਫੇਰ ਦੱਸ ਰਿਹਾ ਮੈਂ ਵੀ ਜਿਹੜੇ ਸਾਧਨ ਕੁਦਰਤੀ ਹੋਣ ਚਾਹੇ ਅਤੇ ਜਾਂ ਫਿਰ ਮਨੁੱਖ ਦੁਆਰਾ ਬਣਾਏ ਗਏ ਹੋਣ, ਜਿਨ੍ਹਾਂ ਦੁਆਰਾ ਮਨੁੱਖ ਆਪਣੀਆਂ ਜ਼ਰੂਰਤਾਂ ਦੀ ਪੂਰਤੀ ਕਰਦਾ ਹੈ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ? ਰਿਸੋਰਸਿਸ ਜਾਂ ਫਿਰ ਸਾਧਨ ਕਹਿੰਦੇ ਆ। ਦੂਜੇ ਸ਼ਬਦਾਂ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਇਹ ਕੀ ਨੇ? ਕੁਦਰਤੀ ਤੋਹਫੇ ਨੇ
ਜਿਹੜੇ ਕਿ ਕੁਦਰਤ ਨੇ ਮਨੁੱਖ ਨੂੰ ਇੱਕ ਤੋਹਫੇ ਦੇ ਰੂਪ ਦੇ ਵਿੱਚ ਦਿੱਤੇ ਹੋਏ ਹੈ ਤੇ ਸਾਡੀ ਜ਼ਿੰਦਗੀ ਦੇ ਵਿੱਚ ਇਹ ਬਹੁਤ ਜ਼ਿਆਦਾ ਮਹੱਤਤਾ ਰੱਖਦੇ ਹੈ। ਓਕੇ ਜੀ। ਤਾਂ ਸਾਧਨ ਨੇ ਜਿਹੜੇ ਦੇਖੋ ਦੋ ਤਰ੍ਹਾਂ ਦੇ ਹੋ ਸਕਦੇ ਨੇ, ਇੱਕ ਤਾਂ ਹੁੰਦੇ ਨੇ ਕੁਦਰਤੀ ਸਾਧਨ ਤੇ ਇੱਕ ਹੁੰਦੇ ਨੇ ਗੈਰ ਕੁਦਰਤੀ ਸਾਧਨ। ਠੀਕ ਹੈ, ਇਸ ਦੇ ਨਾਮ ਤੋਂ ਹੀ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕੁਦਰਤੀ ਸਾਧਨ ਕੀ ਹੁੰਦੇ ਨੇ ਤੇ ਗੈਰ ਕੁਦਰਤੀ ਕੀ ਹੁੰਦੇ ਨੇ। ਜਿਹੜੇ ਤਾਂ ਸਾਨੂੰ ਨੇਚਰ ਤੋਂ ਮਿਲਦੇ ਆ, ਕੁਦਰਤ ਤੋਂ ਮਿਲਦੇ ਆ, ਉਹਨਾਂ ਨੂੰ ਆਪਾਂ ਕੁਦਰਤੀ ਸਾਧਨ ਕਹਿੰਦੇ ਆ, ਤੇ ਜਿਹੜੇ ਮਨੁੱਖ ਦੁਆਰਾ ਹਿਊਮਨ ਮੇਡ ਹੁੰਦੇ ਨੇ ਉਸ ਨੂੰ ਆਪਾਂ ਕਹਿੰਦੇ ਹੈਗੇ ਗੈਰ ਕੁਦਰਤੀ ਕਹਿ ਦਿੰਦੇ ਆ। ਠੀਕ ਹੈ, ਜਿਵੇਂ ਇਹਨਾਂ ਨੇ ਦੱਸਿਆ ਕੁਦਰਤੀ ਸਾਧਨ ਕੁਦਰਤ ਦੁਆਰਾ ਮਨੁੱਖ ਨੂੰ ਪ੍ਰਦਾਨ ਕੀਤੇ ਗਏ ਹੈ। ਠੀਕ ਹੈ ਜੀ, ਕੁਦਰਤ ਦੁਆਰਾ ਇਹ ਸਾਨੂੰ ਮਨੁੱਖਾਂ ਨੂੰ ਪ੍ਰਦਾਨ ਕੀਤੇ ਗਏ ਨੇ। ਜਿਵੇਂ ਉਦਾਹਰਨ ਦੇ ਤੌਰ 'ਤੇ ਜੰਗਲ ਹੋ ਗਿਆ, ਦਰਿਆ, ਖਣਿਜ ਪਦਾਰਥ, ਸੂਰਜੀ ਸ਼ਕਤੀ ਹੋ ਗਈ, ਸਮੁੰਦਰ, ਇਹ ਸਾਰੇ ਕੀ ਹੈ ਸਾਨੂੰ ਨੇਚਰ ਦੁਆਰਾ ਮਿਲੇ ਹੋਏ ਆ, ਕੁਦਰਤ ਦੁਆਰਾ ਮਿਲੇ ਹੋਏ ਆ। ਗੈਰ ਕੁਦਰਤੀ ਜਾਂ ਆਦਮੀ ਦੁਆਰਾ ਪੈਦਾ ਕੀਤੇ ਸਾਧਨ ਕਿਹੜੇ ਨੇ? ਮਸ਼ੀਨਰੀ ਹੋ ਗਈ ਜਿਵੇਂ। ਠੀਕ ਹੈ, ਮਸ਼ੀਨਰੀ ਦੇ ਵਿੱਚ ਅਲੱਗ-ਅਲੱਗ ਪ੍ਰਕਾਰ ਦੇ ਆਪਣੇ ਸਾਧਨ ਆ ਜਾਂਦੇ ਨੇ, ਆਵਾਜਾਈ ਦੇ ਸਾਧਨ ਆ ਗਏ। ਠੀਕ ਹੈ, ਬਣਾਵਟੀ ਖਾਦਾਂ ਆ ਗਈਆਂ, ਮਨੁੱਖੀ ਸਾਧਨ ਆ ਗਏ। ਇਹ ਸਾਰੇ ਕੀ ਨੇ? ਬਣਾਵਟੀ ਸਾਧਨ ਨੇ ਜਾਂ ਫਿਰ ਗੈਰ ਕੁਦਰਤੀ ਸਾਧਨ ਨੇ, ਜਿਹੜੇ ਕਿਸ ਦੁਆਰਾ ਬਣਾਏ ਗਏ ਨੇ? ਇਹ ਮਨੁੱਖ ਦੁਆਰਾ ਬਣਾਏ ਗਏ ਹੈ। ਇਹ ਸਾਧਨ ਭੌਤਿਕ ਜਾਂ ਅਭੌਤਿਕ ਵੀ ਹੋ ਸਕਦੇ ਹੈ। ਓਕੇ, ਮਨੁੱਖੀ ਬੁੱਧੀ, ਗਿਆਨ ਅਤੇ ਕੰਮ ਕਰਨ ਦੀ ਕੁਸ਼ਲਤਾ ਨੂੰ ਮਨੁੱਖੀ ਸਾਧਨ ਕਿਹਾ ਜਾਂਦਾ ਹੈ। ਠੀਕ ਹੈ, ਤਾਂ ਹਿਊਮਨ ਰਿਸੋਰਸਿਸ ਜਾਂ ਫਿਰ ਮਨੁੱਖੀ ਸਾਧਨ ਕਿਸ ਨੂੰ ਕਿਹਾ ਜਾਂਦਾ ਹੈ? ਮਨੁੱਖ ਦੀ ਬੁੱਧੀ, ਗਿਆਨ ਅਤੇ ਕੰਮ ਕਰਨ ਦੀ ਕੁਸ਼ਲਤਾ। ਕਹਿਣ ਦਾ ਭਾਵ ਇਹ ਹੈ ਵੀ ਜਿਹੜੇ ਮਨੁੱਖ, ਠੀਕ ਹੈ, ਮਨੁੱਖ ਆਪਣੇ ਆਪ ਦੇ ਵਿੱਚ ਵੀ ਇੱਕ ਰਿਸੋਰਸ ਹੈਗਾ, ਆਪਣੇ ਆਪ ਦੇ ਵਿੱਚ ਵੀ ਇਹ ਇੱਕ ਸਾਧਨ ਹੈ। ਠੀਕ ਹੈ, ਕਹਿਣ ਦਾ ਭਾਵ ਜਿਨ੍ਹਾਂ ਮਨੁੱਖਾਂ ਦੇ ਵਿੱਚ ਬੁੱਧੀ ਹੁੰਦੀ ਹੈ, ਗਿਆਨ ਹੁੰਦਾ ਹੈ, ਕੰਮ ਕਰਨ ਦੀ ਕੁਸ਼ਲਤਾ ਹੁੰਦੀ ਹੈ, ਉਹ ਮਨੁੱਖ ਵੀ ਇੱਕ ਸਾਧਨ ਦੇ ਤੌਰ 'ਤੇ ਹੀ ਕੰਮ ਕਰਦਾ ਹੈਗਾ। ਅੱਗੇ ਦੇਖੋ, ਸਾਧਨ ਇੱਕ ਬਦਲਦੀ ਹੋਈ ਧਾਰਨਾ ਹੈ। ਸਾਧਨ ਜਿਹੜੇ ਉਹ ਸਮੇਂ ਦੇ ਅਨੁਸਾਰ, ਹਾਲਾਤ ਦੇ ਅਨੁਸਾਰ ਚੇਂਜ ਹੁੰਦੇ ਰਹਿੰਦੇ ਨੇ ਸਦਾ, ਜਿਹੜੀ ਕਿ ਗਿਆਨ ਅਤੇ ਤਕਨੀਕੀ ਵਿਕਾਸ ਦੇ ਅਨੁਸਾਰ ਕੀ ਹੁੰਦੀ ਹੈ? ਵੱਧਦੀ ਜਾਂ ਸੁੰਗੜਦੀ ਰਹਿੰਦੀ ਹੈ। ਠੀਕ ਹੈ, ਮਨੁੱਖ ਨੂੰ ਜਿਵੇਂ ਜਿਵੇਂ ਗਿਆਨ ਹੋਇਆ ਉਸੇ ਤਰ੍ਹਾਂ ਹੀ ਸਾਧਨ ਨੇ ਜਿਹੜੇ ਲਗਾਤਾਰ ਕੀ ਹੁੰਦੇ ਰਹੇ? ਉਹ ਵੱਧਦੇ ਰਹੇ। ਠੀਕ ਹੈ, ਤਕਨੀਕੀ ਵਿਕਾਸ ਹੁੰਦਾ ਗਿਆ, ਉਸੇ ਤਰ੍ਹਾਂ ਸਾਧਨ ਨੇ ਜਿਹੜੇ ਉਸੇ ਤਰ੍ਹਾਂ ਵੱਧਦੇ ਗਏ, ਲਗਾਤਾਰ ਇਹ ਐਕਸਪੈਂਡ ਹੁੰਦੇ ਗਏ। ਤਾਂ ਇਹ ਕੀ ਹੈ? ਇੱਕ ਚੇਂਜੇਬਲ ਪ੍ਰੋਸੈਸ ਹੈਗਾ, ਬਦਲਦੀ ਹੋਈ ਧਾਰਨਾ ਗੀ। ਠੀਕ ਹੈ, ਜਿਹੜਾ ਕੀ ਹੈ ਮਨੁੱਖ ਦੇ ਯਤਨਾਂ ਦੇ ਸਦਕਾ ਜਾਂ ਤਾਂ ਵੱਧਦਾ ਰਹਿੰਦਾ ਜਾਂ ਫਿਰ ਇਹ ਘਟਦਾ ਰਹਿੰਦਾ। ਜਿਵੇਂ ਉਦਾਹਰਨ ਦੇ ਤੌਰ 'ਤੇ ਇਹਨਾਂ ਨੇ ਦੱਸਿਆ ਕੋਲਾ ਜਾਂ ਤੇਲ ਪੁਰਾਣੇ ਮਨੁੱਖ, ਪ੍ਰਾਈਮੇਟਿਵ ਮੈਨ ਸੀਗਾ ਜਿਹੜਾ ਅਰਲੀ ਹਿਊਮਨ ਜਿਸ ਨੂੰ ਆਪਾਂ ਕਹਿੰਦੇ ਹਾਂ, ਲਈ ਅਤੇ ਜਹਾਜ਼ਾਂ ਦੀ ਖੋਜ ਅੱਜ ਤੋਂ ਪਹਿਲਾਂ ਐਲੂਮੀਨੀਅਮ ਆਧੁਨਿਕ ਆਦਮੀ ਲਈ ਕੋਈ ਜ਼ਿਆਦਾ ਮਤਲਬ ਦੀ ਚੀਜ਼ ਨਹੀਂ ਸੀ। ਠੀਕ ਹੈ ਜੀ, ਕਹਿਣ ਦਾ ਮਤਲਬ ਇਹ ਹੈ ਵੀ ਪੁਰਾਣੇ ਮਨੁੱਖ ਜਿਹੜੇ ਕਿ ਜੰਗਲਾਂ ਦੇ ਵਿੱਚ ਰਹਿੰਦੇ ਸੀ, ਜਾਂ ਅੱਜ ਤੋਂ ਕੁਝ ਸਮਾਂ ਪਹਿਲਾਂ ਜਦੋਂ ਤੇਲ ਦੀ ਖੋਜ ਨਹੀਂ ਹੋਈ ਸੀ, ਕੋਲੇ ਦੀ ਖੋਜ ਹਜੇ ਨਹੀਂ ਹੋਈ ਸੀ, ਉਹਨਾਂ ਲਈ ਕੋਲਾ ਜਾਂ ਤੇਲ ਕੀ ਸੀਗਾ? ਇੱਕ ਨਾ ਮਾਤਰ ਦਾ ਹੀ ਸਾਧਨ ਸੀ। ਠੀਕ ਹੈ, ਇਸ ਤੋਂ ਇਲਾਵਾ ਅੱਜ ਦੇ ਮਨੁੱਖ ਨੇ ਜਹਾਜ਼ਾਂ ਦੀ ਖੋਜ ਕੀਤੀ ਹੈ, ਐਲੂਮੀਨੀਅਮ ਦੀ ਖੋਜ ਕੀਤੀ ਹੈ। ਠੀਕ ਹੈ, ਪਰ ਉਦੋਂ ਪਹਿਲਾਂ ਦੇ ਮਨੁੱਖ ਲਈ ਉਸ ਦੀ ਕੋਈ ਮਹੱਤਤਾ ਨਹੀਂ ਸੀ। ਠੀਕ ਹੈ ਜੀ, ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਸਾਧਨਾਂ ਦੀ ਸਹੀ ਵਰਤੋਂ, ਠੀਕ ਹੈ ਨਾ, ਐਫੀਸ਼ੀਐਂਟ ਜਿਹੜਾ ਯੂਟੀਲਾਈਜੇਸ਼ਨ ਹੈ ਆਫ ਰਿਸੋਰਸਿਸ ਹੀ ਇਹਨਾਂ ਦਾ ਸਹੀ ਵਿਕਾਸ ਹੈ। ਕਹਿਣ ਦਾ ਭਾਵ ਇਹ ਹੈ ਵੀ ਜਿਹੜਾ ਸਾਧਨ ਨੇ, ਸਾਡੇ ਕੋਲੇ ਸਾਧਨ ਤਾਂ ਹੈਗੇ ਹੈ ਪਰ ਆਪਾਂ ਉਸ ਦਾ ਇਸਤੇਮਾਲ ਨਹੀਂ ਕਰ ਪਾ ਰਹੇ। ਕਾਰਨ ਨਾ ਤਾਂ ਸਾਡੇ ਕੋਲੇ ਗਿਆਨ ਹੈ ਤੇ ਨਾ ਹੀ ਸਾਡੇ ਕੋਲੇ ਤਕਨੀਕ ਹੈ, ਤਾਂ ਉਸ ਨੂੰ ਆਪਾਂ ਰਿਸੋਰਸ ਨਹੀਂ ਕਹਿ ਸਕਦੇ। ਠੀਕ ਹੈ ਨਾ, ਸਾਧਨ ਉਸੇ ਨੂੰ ਹੀ ਆਪਾਂ ਕਹਾਂਗੇ ਜਿਹੜਾ ਕਿ ਪ੍ਰੋਪਰ ਯੂਟੀਲਾਈਜੇਸ਼ਨ ਹੋਵੇ, ਉਸ ਦਾ ਪ੍ਰੋਪਰ ਤੌਰ 'ਤੇ ਉਸ ਦਾ ਇਸਤੇਮਾਲ ਹੋਵੇ, ਉਸੇ ਨੂੰ ਹੀ ਅਸੀਂ ਕੀ ਕਹਾਂਗੇ? ਵਧੀਆ ਤਰੀਕੇ ਦੇ ਨਾਲ ਸਾਧਨ ਕਹਾਂਗੇ। ਸਾਰੇ ਸਾਧਨਾਂ ਦਾ ਵਿਕਾਸ ਮਨੁੱਖੀ ਸਾਧਨ ਦੇ ਵਿਕਾਸ 'ਤੇ ਹੀ ਨਿਰਭਰ ਕਰਦਾ ਹੈ। ਠੀਕ ਹੈ, ਜੇਕਰ ਮਨੁੱਖੀ ਸਾਧਨ ਦਾ ਵਿਕਾਸ ਹੋਊਗਾ, ਹਿਊਮਨ ਡਿਵੈਲਪਮੈਂਟ ਹੋਊਗੀ, ਤਕਨੀਕੀ ਵਿਕਾਸ ਹੋਊਗਾ, ਮਨੁੱਖ ਦੇ ਗਿਆਨ ਦੇ ਵਿੱਚ ਵਾਧਾ ਹੋਊਗਾ, ਤਾਂਹੀਓ ਆਪਾਂ ਕੀ ਕਰ ਸਕਦੇ ਹਾਂ? ਇਹਨਾਂ ਸਾਧਨਾਂ ਦੀ ਵਧੀਆ ਤਰੀਕੇ ਦੇ ਨਾਲ ਵਰਤੋਂ ਕਰ ਸਕਦੇ ਹਾਂ, ਇਹਨਾਂ ਦਾ ਵਿਕਾਸ ਕਰ ਸਕਦੇ ਹਾਂ। ਅਦਰਵਾਈਜ਼ ਇਹਨਾਂ ਦਾ ਕੋਈ ਵੀ ਸਾਡੇ ਲਈ ਐਗਜ਼ਿਸਟੈਂਸ ਨਹੀਂ ਹੈਗੀ, ਹੋਂਦ ਨਹੀਂ ਹੈਗੀ। ਅੱਗੇ ਦੇਖੋ, ਸਾਧਨ ਕਿਸਮਾਂ। ਠੀਕ ਹੈ, ਰਿਸੋਰਸਿਸ ਦੀਆਂ ਕਿਹੜੀਆਂ ਕਿਸਮਾਂ ਨੇ, ਕਿਹੜੀਆਂ ਟਾਈਪਸ ਨੇ ਰਿਸੋਰਸਿਸ ਟਾਈਪਸ? ਤਾਂ ਕੁਦਰਤੀ ਜਾਂ ਗੈਰ ਕੁਦਰਤੀ ਸਾਧਨਾਂ ਦੀਆਂ ਕਈ ਕਿਸਮਾਂ ਨੇਗੀਆਂ। ਠੀਕ ਹੈ, ਇਹਨਾਂ ਸਾਧਨਾਂ ਨੂੰ ਜੀਵਨ ਹੋਂਦ, ਨਿਰੰਤਰ ਉਪਲਬਧੀ, ਵਿਕਾਸ ਪੱਧਰ ਅਤੇ ਵਰਤੋਂ ਦੇ ਆਧਾਰ 'ਤੇ ਅੱਗੇ ਲਿਖੀਆਂ ਕਿਸਮਾਂ ਦੇ ਵਿੱਚ ਵੰਡਿਆ ਜਾ ਸਕਦਾ ਹੈ। ਠੀਕ ਹੈ ਜੀ, ਇਹਨਾਂ ਸਾਧਨਾਂ ਨੂੰ ਅਸੀਂ ਜੀਵਨ, ਇਹਨਾਂ ਦੀ ਹੋਂਦ, ਨਿਰੰਤਰ ਉਪਲਬਧੀ, ਠੀਕ ਹੈ ਨਾ, ਇਸ ਤੋਂ ਇਲਾਵਾ ਵਿਕਾਸ ਇਹਨਾਂ ਦਾ ਕਿੰਨਾ ਕੁ ਹੋਇਆ, ਉਹਨਾਂ ਦੇ ਆਧਾਰ 'ਤੇ ਇਹਨਾਂ ਨੂੰ ਅਸੀਂ ਅਲੱਗ-ਅਲੱਗ ਤੌਰ 'ਤੇ
ਕਿਸਮਾਂ ਦੇ ਵਿੱਚ ਵੰਡਿਆ ਹੋਇਆ ਹੈ। ਉਹਨਾਂ ਕਿਸਮਾਂ ਦੇ ਬਾਰੇ ਆਪਾਂ ਦੇਖਦੇ ਹਾਂ ਕਿਹੜੀਆਂ-ਕਿਹੜੀਆਂ ਕਿਸਮਾਂ ਦੇ ਵਿੱਚ ਵੰਡਿਆ ਹੋਇਆ ਹੈਗਾ ਇਹਨਾਂ ਨੇ। ਤਾਂ ਸਭ ਤੋਂ ਪਹਿਲਾਂ ਦੇਖੋ ਜੀਵ ਅਤੇ ਨਿਰਜੀਵ ਸਾਧਨ, ਠੀਕ ਹੈ, ਜਿਹਨੂੰ ਅਸੀਂ ਬਾਇਓਟਿਕ ਤੇ ਅਬਾਇਓਟਿਕ ਰਿਸੋਰਸਿਸ ਕਹਿੰਦੇ ਆ। ਫਿਰ ਉਸ ਤੋਂ ਬਾਅਦ ਆਉਂਦਾ ਵਿਕਸਿਤ ਅਤੇ ਸੰਭਾਵਿਤ ਸਾਧਨ, ਡਿਵੈਲਪਡ ਐਂਡ ਪੋਟੈਂਸ਼ੀਅਲ ਰਿਸੋਰਸਿਸ। ਫਿਰ ਉਸ ਤੋਂ ਬਾਅਦ ਥਰਡ ਆ ਜਾਂਦਾ ਮੁੱਕਣਯੋਗ ਅਤੇ ਨਾ ਮੁੱਕਣਯੋਗ ਸਾਧਨ, ਐਗਜ਼ੌਸਟਿਬਲ ਐਂਡ ਇਨਐਗਜ਼ੌਸਟਿਬਲ ਰਿਸੋਰਸਿਸ। ਫਿਰ ਆ ਜਾਂਦਾ ਚੌਥਾ ਮਿੱਟੀ ਅਤੇ ਭੂਮੀ ਸਾਧਨ, ਸੋਸ਼ਲ ਐਂਡ ਲੈਂਡ ਰਿਸੋਰਸਿਸ। ਫਿਰ ਪੰਜਵੇਂ ਨੰਬਰ 'ਤੇ ਆਉਂਦਾ ਸਮੁੰਦਰੀ ਅਤੇ ਖਣਿਜ ਸਾਧਨ, ਮਰੀਨ ਐਂਡ ਮਿਨਰਲ ਰਿਸੋਰਸਿਸ। 6 ਨੰਬਰ 'ਤੇ ਆ ਜਾਂਦਾ ਸਾਡਾ ਮਨੁੱਖੀ ਸਾਧਨ, ਜਿਹਨੂੰ ਆਪਾਂ ਹਿਊਮਨ ਰਿਸੋਰਸਿਸ ਕਹਿੰਦੇ ਹਾਂ, ਠੀਕ ਹੈ। ਤਾਂ ਇਹਨਾਂ ਸਾਧਨਾਂ ਦੇ ਬਾਰੇ ਅਸੀਂ ਜਿਹੜੀ ਜਾਣਕਾਰੀ ਹੈ ਉਹ ਅੱਗੇ ਇੱਕ ਇੱਕ ਪੁਆਇੰਟ 'ਤੇ ਇਹਨਾਂ ਦੇ ਬਾਰੇ ਡਿਟੇਲ ਦੇ ਵਿੱਚ ਗੱਲ ਕਰਾਂਗੇ ਵੀ ਇਹ ਸਾਧਨ ਕਿਵੇਂ ਨੇ ਅਤੇ ਮਨੁੱਖ ਲਈ ਕਿਵੇਂ ਇਸ ਦਾ ਇਸਤੇਮਾਲ ਵਧੀਆ ਢੰਗ ਦੇ ਨਾਲ ਹੋ ਸਕਦਾ ਹੈ ਅਤੇ ਕਿਵੇਂ ਇਹਨਾਂ ਦੀ ਸਾਂਭ ਸੰਭਾਲ ਹੋ ਸਕਦੀ ਹੈ। ਸਭ ਤੋਂ ਪਹਿਲਾਂ ਜਿਹੜਾ ਹੈਗਾ ਆਪਣਾ ਜੀਵ ਅਤੇ ਨਿਰਜੀਵ ਸਾਧਨ, ਜਿਸ ਨੂੰ ਅਸੀਂ ਬਾਇਓਟਿਕ ਐਂਡ ਅਬਾਇਓਟਿਕ ਰਿਸੋਰਸਿਸ ਕਹਿੰਦੇ ਹਾਂ। ਤਾਂ ਦੇਖੋ ਜੀਵ ਸਾਧਨ ਉਹ ਮੁੱਢਲੇ ਸਾਧਨ ਹਨ ਜਿਹੜੇ ਕਿ ਜਾਨਦਾਰ ਵਸਤਾਂ ਤੋਂ ਉਤਪੰਨ ਹੁੰਦੇ ਨੇ। ਜਿਨ੍ਹਾਂ ਵਸਤੂਆਂ ਦੇ ਵਿੱਚ ਜਾਨ ਹੁੰਦੀ ਹੈ, ਠੀਕ ਹੈ, ਉਹਨਾਂ ਤੋਂ ਹੀ ਇਹ ਜਿਹੜੇ ਸਾਧਨ ਨੇ, ਜੀਵ ਸਾਧਨ ਨੇ, ਬਾਇਓਟਿਕ ਰਿਸੋਰਸਿਸ ਨੇ, ਉਹ ਉਤਪੰਨ ਹੁੰਦੇ ਨੇ। ਦੁਬਾਰਾ ਫੇਰ ਦੱਸਦਾ ਮੈਂ, ਜੀਵ ਸਾਧਨ ਉਹ ਸਾਧਨ ਹੁੰਦੇ ਨੇ ਜਿਹੜੀਆਂ ਵਸਤੂਆਂ ਦੇ ਵਿੱਚ ਜਾਨ ਹੁੰਦੀ ਹੈ, ਜਾਨਦਾਰ ਚੀਜ਼ਾਂ, ਠੀਕ ਹੈ, ਉਹਨਾਂ ਵਸਤੂਆਂ ਤੋਂ ਸਾਨੂੰ ਉਹ ਸਾਧਨ ਉਪਲਬਧ ਹੁੰਦੇ ਨੇ। ਸੰਸਾਰ ਦੇ ਲਗਭਗ 85% ਭੋਜਨ ਪਦਾਰਥ ਇਹਨਾਂ ਵਸਤਾਂ 'ਤੇ ਹੀ ਨਿਰਭਰ ਨੇ, ਠੀਕ ਹੈ। ਇਹਨਾਂ ਦੇ ਵਿੱਚ ਕਿਹੜੇ ਆ ਜਾਂਦੇ ਨੇ? ਜੀਵ ਜੰਤੂ ਆ ਜਾਂਦੇ ਨੇ, ਠੀਕ ਹੈ, ਪੇੜ ਪੌਦੇ ਆ ਜਾਂਦੇ ਨੇ। ਇਹ ਸਾਰੇ ਹੀ ਕੀ ਹੈ? ਜੀਵ ਰਿਸੋਰਸਿਸ ਨੇਗੇ, ਬਾਇਓਟਿਕ ਰਿਸੋਰਸਿਸ ਹੈ, ਕਿਉਂਕਿ ਜੀਵ ਜੰਤੂਆਂ ਦੇ ਵਿੱਚ ਤਾਂ ਜਾਨ ਹੁੰਦੀ ਹੈ, ਪੇੜ ਪੌਦਿਆਂ ਦੇ ਵਿੱਚ ਵੀ ਦੇਖੋ ਜਾਨ ਹੁੰਦੀ ਹੈ। ਤਾਂ ਇਹਨਾਂ ਤੋਂ ਸਾਨੂੰ ਬਹੁਤ ਸਾਰੇ ਰਿਸੋਰਸਿਸ, ਬਹੁਤ ਸਾਰੀ ਚੀਜ਼ਾਂ ਉਪਲਬਧ ਹੁੰਦੀਆਂ ਨੇ, ਉਹਨੂੰ ਆਪਾਂ ਕੀ ਕਹਿੰਦੇ? ਜੀਵ ਸਾਧਨ ਕਹਿੰਦੇ ਹਾਂ, ਠੀਕ ਹੈ। ਤੁਹਾਨੂੰ ਪਤਾ ਹੀ ਹੈ ਜੀਵ ਜੰਤੂਆਂ ਤੋਂ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਪ੍ਰਾਪਤ ਹੁੰਦੀਆਂ ਜਿਨ੍ਹਾਂ ਦਾ ਇਸਤੇਮਾਲ ਅਸੀਂ ਆਪਣੀ ਡੇਲੀ ਲਾਈਫ ਦੇ ਵਿੱਚ ਕਰਦੇ ਹਾਂ। ਇਸ ਤੋਂ ਇਲਾਵਾ ਪੌਦਿਆਂ ਤੋਂ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਪ੍ਰਾਪਤ ਹੁੰਦੀਆਂ ਜਿਨ੍ਹਾਂ ਦਾ ਇਸਤੇਮਾਲ ਅਸੀਂ ਆਪਣੀ ਡੇਲੀ ਲਾਈਫ ਦੇ ਵਿੱਚ ਕਰਦੇ ਹਾਂ। ਤਾਂ ਦੋਨੋਂ ਸਾਡੇ ਲਈ ਕੀ ਹੈ? ਇੱਕ ਸਾਧਨ ਨੇਗੇ, ਠੀਕ ਹੈ। ਇਹ ਸਾਧਨ ਸਾਡੇ ਉਦਯੋਗਾਂ ਵਾਸਤੇ ਕੱਚਾ ਮਾਲ ਪ੍ਰਦਾਨ ਕਰਦੇ ਹੈ, ਠੀਕ ਹੈ। ਦੇਖੋ ਜੀਵ ਜੰਤੂਆਂ ਤੋਂ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਪ੍ਰਾਪਤ ਹੁੰਦੀਆਂ, ਉਦਾਹਰਨ ਦੇ ਤੌਰ 'ਤੇ ਦੁੱਧ, ਠੀਕ ਹੈ। ਇਸ ਤੋਂ ਇਲਾਵਾ ਉੱਨ ਪ੍ਰਾਪਤ ਕਰਦੇ ਹਾਂ ਆਪਾਂ, ਠੀਕ ਹੈ। ਇਸ ਤੋਂ ਇਲਾਵਾ ਹੋਰ ਕਈ ਮੰਨ ਲਓ ਕਿ ਜਿਹੜੇ ਮੀਟ ਵਗੈਰਾ ਦਾ ਕੰਮ ਕਰਦੇ ਨੇ, ਮਾਸ ਵੀ ਪ੍ਰਾਪਤ ਹੁੰਦਾ ਇਹਨਾਂ ਤੋਂ ਸਾਨੂੰ, ਠੀਕ ਹੈ ਨਾ, ਜੀਵ ਜੰਤੂਆਂ ਤੋਂ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਚੀਜ਼ਾਂ ਪ੍ਰਾਪਤ ਹੁੰਦੀਆਂ, ਜਿਵੇਂ ਹਾਥੀ ਦੰਦ ਵਗੈਰਾ ਹੋ ਗਏ, ਠੀਕ ਹੈ। ਹੱਡੀਆਂ ਤੋਂ ਬਹੁਤ ਸਾਰੀਆਂ ਚੀਜ਼ਾਂ ਬਣਦੀਆਂ ਨੇ ਜੀਵ ਜੰਤੂਆਂ ਦੇ। ਅਤੇ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਪੌਦਿਆਂ ਤੋਂ ਸਾਨੂੰ ਅਣਗਿਣਤ ਚੀਜ਼ਾਂ ਹੀ ਪ੍ਰਾਪਤ ਹੁੰਦੀਆਂ, ਉਹ ਤੁਹਾਨੂੰ ਦੱਸਣ ਦੀ ਲੋੜ ਹੀ ਨਹੀਂ, ਬਹੁਤ ਜ਼ਿਆਦਾ ਚੀਜ਼ਾਂ ਸਾਨੂੰ ਪੌਦਿਆਂ ਤੋਂ ਪ੍ਰਾਪਤ ਹੁੰਦੀਆਂ। ਅਤੇ ਇਹਨਾਂ ਦਾ ਇਸਤੇਮਾਲ ਆ ਜਿਹੜਾ ਮਨੁੱਖ ਆ ਜਿਹੜਾ ਉਹ ਉਦਯੋਗਾਂ ਦੇ ਵਿੱਚ ਕੱਚੇ ਮਾਲ ਦੇ ਤੌਰ 'ਤੇ, ਰॉ ਮਟੀਰੀਅਲ ਦੇ ਤੌਰ 'ਤੇ ਇਸਤੇਮਾਲ ਕਰਦਾ, ਠੀਕ ਹੈ। ਜਿਵੇਂ ਪੌਦਿਆਂ ਤੋਂ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਪ੍ਰਾਪਤ ਹੁੰਦੀਆਂ ਨੇ ਜਿਨ੍ਹਾਂ ਦਾ ਇਸਤੇਮਾਲ ਅਸੀਂ ਕੀ ਕਰਦੇ ਹਾਂ? ਫੈਕਟਰੀਆਂ ਦੇ ਵਿੱਚ ਕਰਦੇ ਹਾਂ। ਲੱਕੜ ਪ੍ਰਾਪਤ ਹੁੰਦੀ ਹੈ, ਠੀਕ ਹੈ। ਹੋਰ ਖਾਦ ਪਦਾਰਥ ਪ੍ਰਾਪਤ ਹੁੰਦੇ ਨੇ। ਇਸ ਤੋਂ ਇਲਾਵਾ ਸਾਨੂੰ ਪੌਦਿਆਂ ਤੋਂ ਬੀਜ ਵਗੈਰਾ ਪ੍ਰਾਪਤ ਹੁੰਦੇ ਨੇ, ਫਲ ਵਗੈਰਾ ਪ੍ਰਾਪਤ ਹੁੰਦੇ ਨੇ, ਠੀਕ ਹੈ, ਜਿਨ੍ਹਾਂ ਦਾ ਇਸਤੇਮਾਲ ਉਦਯੋਗਾਂ ਦੇ ਵਿੱਚ ਕੱਚੇ ਮਾਲ ਦੇ ਤੌਰ 'ਤੇ ਅਸੀਂ ਕਰਦੇ ਹਾਂ, ਠੀਕ ਹੈ। ਇਸ ਤੋਂ ਇਲਾਵਾ ਦੇਖੋ ਕਪਾਹ, ਠੀਕ ਹੈ, ਨਰਮਾ ਵਗੈਰਾ, ਇਹ ਸਾਰਾ ਕੁਝ ਜਿਹੜਾ ਕੱਚੇ ਮਾਲ ਦੇ ਤੌਰ 'ਤੇ ਹੀ ਉਸ ਦਾ ਇਸਤੇਮਾਲ ਹੁੰਦਾ। ਕੋਲਾ ਅਤੇ ਤੇਲ, ਆਹ ਦੇਖੋ ਆਹ ਨਵੀਂ ਗੱਲ ਆ ਤੁਹਾਡੇ ਵਾਸਤੇ, ਠੀਕ ਹੈ, ਧਿਆਨ ਦੇ ਨਾਲ ਇਸ ਨੂੰ ਨੋਟ ਕਰ ਲਓ। ਹਾਂਜੀ ਬੇਟਾ, ਕੀ ਹੈ? ਕੋਲਾ ਅਤੇ ਤੇਲ ਪਦਾਰਥ ਵੀ ਜੀਵ ਸਾਧਨਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਕੀਤੇ ਜਾਂਦੇ ਹਨ ਕਿਉਂਕਿ ਇਹ ਪੌਦਿਆਂ ਅਤੇ ਜੀਵਾਂ ਤੋਂ ਪੈਦਾ ਹੋਏ ਹਨ, ਠੀਕ ਹੈ। ਇਹ ਗੱਲ ਧਿਆਨ ਦੇਣ ਯੋਗ ਹੈ ਬੇਟਾ ਵੀ ਜਿਹੜੇ ਕੋਲਾ ਅਤੇ ਤੇਲ ਹੈ, ਇਸ ਦਾ ਇਸਤੇਮਾਲ ਵੀ ਆਪਾਂ ਕੀ ਕਰਦੇ? ਇਸ ਨੂੰ ਵੀ ਆਪਾਂ ਕੀ ਕਹਿੰਦੇ? ਜੀਵ ਸਾਧਨ ਹੀ ਕਹਿੰਦੇ ਹਾਂ, ਕਿਉਂਕਿ ਕੋਲਾ ਜਿਹੜਾ ਉਸ ਦੀ ਉਪਲਬਧਤਾ, ਠੀਕ ਹੈ, ਕੀ ਹੈ? ਜੀਵ ਜੰਤੂਆਂ ਅਤੇ ਪੌਦਿਆਂ ਦੇ ਜਦੋਂ ਧਰਤੀ ਦੇ ਵਿੱਚ ਦਬ ਗਏ ਸੀਗੇ, ਠੀਕ ਹੈ, ਅਤੇ ਤੇਲ ਹੈ ਜਿਹੜਾ, ਠੀਕ ਹੈ, ਇਹਨਾਂ ਦੋਵਾਂ ਦੀ ਉਪਲਬਧਤਾ ਕਿਹਾ ਜਾਂਦਾ ਹੈ ਵੀ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਜੀਵ ਜੰਤੂ ਨੇ, ਠੀਕ ਹੈ, ਜਾਂ ਫਿਰ ਇਸ ਤੋਂ ਇਲਾਵਾ ਪੌਦੇ ਨੇ, ਉਹਨਾਂ ਦਾ ਮਟੀਰੀਅਲ ਕਿਸੇ ਨਾ ਕਿਸੇ ਕਾਰਨ ਧਰਤੀ ਦੇ ਵਿੱਚ ਜਮ੍ਹਾਂ ਹੋ ਗਿਆ ਸੀ, ਜਿਸ ਤੋਂ ਹੀ ਕੋਲਾ ਅਤੇ ਤੇਲ ਬਣਿਆ ਗਾ। ਤਾਂ ਇਸ ਕਰਕੇ ਇਹਨਾਂ ਸਾਧਨਾਂ ਨੂੰ ਵੀ ਜੀਵ ਸਾਧਨਾਂ ਦੀ ਸ਼੍ਰੇਣੀ ਵਿੱਚ ਹੀ ਸ਼ਾਮਲ ਕੀਤਾ ਜਾਂਦਾ, ਠੀਕ ਹੈ। ਕਿਉਂਕਿ ਇਹਨਾਂ ਦੀ ਹੋਂਦ ਹੈ ਜਿਹੜੀ ਉਹ ਵੀ ਕਿਸੇ ਨਾ ਕਿਸੇ ਕਾਰਨ, ਕਿਸ ਦੀ ਵਜ੍ਹਾ ਦੇ ਕਰਕੇ ਹੈ? ਪੌਦਿਆਂ ਦੀ ਵਜ੍ਹਾ ਦੇ ਕਰਕੇ ਅਤੇ ਜੀਵ ਜੰਤੂਆਂ ਦੀ ਵਜ੍ਹਾ ਦੇ ਕਰਕੇ ਹੈ। ਉਹਨਾਂ ਦੇ ਅਵਸ਼ੇਸ਼ਾਂ ਤੋਂ ਹੀ ਕੋਲਾ ਅਤੇ ਤੇਲ ਹੈ ਜਿਹੜਾ ਉਸ ਦਾ ਵਿਕਾਸ ਹੋਇਆ, ਉਸ ਦਾ ਨਿਰਮਾਣ ਹੋਇਆ, ਕਿਉਂਕਿ ਕਿਸੇ ਨਾ ਕਿਸੇ ਕਾਰਨ ਕਰਕੇ ਜਿਹੜੇ ਜੀਵ ਜੰਤੂ ਹੈ ਅਤੇ ਪੇੜ ਪੌਦੇ ਆ ਉਹ ਧਰਤੀ ਦੇ ਨੀਚੇ ਦਬੇ ਹੋਣ ਦੇ ਕਰਕੇ ਉਹਨਾਂ ਦੇ ਅਵਸ਼ੇਸ਼ਾਂ ਤੋਂ ਕਿਸ ਦਾ ਨਿਰਮਾਣ ਹੋਇਆ? ਕੋਲਾ ਅਤੇ ਤੇਲ ਦਾ ਨਿਰਮਾਣ ਹੋਇਆ। ਇਸ ਕਰਕੇ ਇਹ ਦੋਨੋਂ ਵੀ ਕਿਸ ਸ਼੍ਰੇਣੀ ਦੇ ਵਿੱਚ ਆ ਜਾਂਦੇ ਨੇ? ਜੀਵ ਸ਼੍ਰੇਣੀ ਦੇ ਵਿੱਚ ਆ ਜਾਂਦੇ ਨੇ,
ठीक है, बायोटिक रिसोर्सिस ਦੇ ਵਿੱਚ ਆ ਜਾਂਦੇ ਨੇ। ਇਹ ਗੱਲ ਤੁਹਾਡੇ ਵਾਸਤੇ ਜਾਣਨੀ ਬਹੁਤ ਜ਼ਿਆਦਾ ਜ਼ਰੂਰੀ ਹੈ। ਉਸ ਤੋਂ ਬਾਅਦ ਦੇਖੋ ਕੁਦਰਤ ਤੋਂ ਮਿਲਣ ਵਾਲੀਆਂ ਨਿਰਜੀਵ ਨॉन ਲਿਵਿੰਗ ਥਿੰਗਸ ਨੇ ਜਿਹੜੀਆਂ, ਜਿਵੇਂ ਕਿ ਖਣਿਜ ਪਦਾਰਥ ਹੋ ਗਏ, ਸੂਰਜ ਹੋ ਗਿਆ, ਪਾਣੀ ਆਦਿ ਨਿਰਜੀਵ ਸਾਧਨ ਜਾਂ ਅਬਾਇਓਟਿਕ ਰਿਸੋਰਸਿਸ ਅਖਵਾਉਂਦੇ ਨੇ। ਠੀਕ ਹੈ, ਦੇਖੋ ਦੁਬਾਰਾ ਫਿਰ ਦੱਸ ਰਿਹਾ ਮੈਂ, ਨਿਰਜੀਵ ਸਾਧਨ ਜਿਨ੍ਹਾਂ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਜਾਨ ਨਹੀਂ ਹੁੰਦੀ, ਜਿਵੇਂ ਕਿ ਉਦਾਹਰਨ ਦੇ ਤੌਰ 'ਤੇ ਖਣਿਜ ਪਦਾਰਥ ਆ ਗਏ ਆਪਣੇ, ਇਹਨਾਂ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਜਾਨ ਨਹੀਂ ਹੁੰਦੀ। ਸੂਰਜ ਦੀ ਰੋਸ਼ਨੀ ਆ ਗਈ, ਸੂਰਜ ਦੀ ਰੋਸ਼ਨੀ ਦੇ ਵਿੱਚ ਕੋਈ ਜਾਨ ਨਹੀਂ ਹੁੰਦੀ। ਪਾਣੀ ਆ ਗਿਆ, ਇਹ ਸਾਰੇ ਕੀ ਨੇ, ਨਿਰਜੀਵ ਸਾਧਨ ਨੇ, ਪਰ ਸਾਡੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ ਇਹ ਸਾਰੀਆਂ ਚੀਜ਼ਾਂ। ਤਾਂ ਇਸ ਕਰਕੇ ਇਹ ਵੀ ਸਾਡੇ ਵਾਸਤੇ ਕੀ ਨੇ, ਸਾਧਨ ਨੇ। ਪਰ ਇਹ ਕਿਹੜੇ ਸਾਧਨ ਨੇ, ਇਹ ਨਿਰਜੀਵ ਸਾਧਨ ਨੇ ਸਾਡੇ ਵਾਸਤੇ, ਨॉन ਲਿਵਿੰਗ ਥਿੰਗਸ ਹੈ ਇਹ। ਓਕੇ, ਖਣਿਜ ਪਦਾਰਥ ਹੋ ਗਏ। ਠੀਕ ਹੈ, ਇਹ ਸਾਡੇ ਕੀ ਹੈ, ਉਦਯੋਗਾਂ ਦਾ ਆਧਾਰ ਨੇ। ਇਹਨਾਂ ਤੋਂ ਬਿਨਾਂ ਵੀ ਸਾਡਾ ਕੰਮ ਨਹੀਂ ਚੱਲ ਸਕਦਾ ਕਦੇ ਵੀ। ਜੇ ਇਹਨਾਂ ਸਾਧਨਾਂ ਦੀ ਵਰਤੋਂ ਧਿਆਨਪੂਰਵਕ ਨਾ ਕੀਤੀ ਜਾਵੇ ਤਾਂ ਇਹ ਜਲਦੀ ਹੀ ਖਤਮ ਹੋ ਜਾਣਗੇ। ਠੀਕ ਹੈ, ਤਾਂ ਇਹਨਾਂ ਸਾਧਨਾਂ ਦੀ ਵਰਤੋਂ ਸਾਨੂੰ ਪੂਰਾ ਸਾਵਧਾਨੀ ਦੇ ਨਾਲ ਧਿਆਨਪੂਰਵਕ ਕਰਨੀ ਚਾਹੀਦੀ ਹੈ। ਜਿਵੇਂ ਅੱਜ ਦਾ ਮਨੁੱਖ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਸਤੇ ਲਗਾਤਾਰ ਅੰਨ੍ਹੇਵਾਹ ਰਿਸੋਰਸਿਸ ਦਾ ਇਸਤੇਮਾਲ ਕਰ ਰਿਹਾ ਹੈ, ਉਹ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਹੀ ਚਿੰਤਾ ਦਾ ਵਿਸ਼ਾ ਹੈਗਾ। ਤਾਂ ਉਸ ਚੀਜ਼ ਨੂੰ ਸਾਨੂੰ ਕੀ ਕਰਨਾ ਚਾਹੀਦਾ, ਉਸ 'ਤੇ ਲਗਾਮ ਲਗਾਉਣੀ ਚਾਹੀਦੀ ਹੈ। ਫਿਰ ਦੇਖੋ ਸੈਕਿੰਡ ਪੁਆਇੰਟ ਆ ਗਿਆ ਆਪਣਾ, ਵਿਕਸਿਤ ਅਤੇ ਸੰਭਾਵਿਤ ਸਾਧਨ। ਠੀਕ ਹੈ, ਡਿਵੈਲਪਡ ਐਂਡ ਪੋਟੈਂਸ਼ੀਅਲ ਰਿਸੋਰਸਿਸ। ਤਾਂ ਤੁਸੀਂ ਧਿਆਨ ਦੇ ਨਾਲ ਸਮਝਣਾ ਪੁਆਇੰਟ ਇਹ, ਵਿਕਸਿਤ ਸਾਧਨ ਕੀ ਨੇ ਅਤੇ ਸੰਭਾਵਿਤ ਸਾਧਨ ਕੀ ਨੇ। ਓਕੇ, ਤਾਂ ਕੋਈ ਦੇਸ਼ ਕਿੰਨਾ ਕੁ ਅਮੀਰ ਹੈ, ਆਮ ਤੌਰ 'ਤੇ ਉਸ ਦੇਸ਼ ਵਿੱਚ ਸਾਧਨਾਂ ਦੀ ਮੌਜੂਦਗੀ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਠੀਕ ਹੈ, ਸਾਧਨਾਂ ਦੇ ਪਿੱਛੇ ਦੇਖੋ ਬੇਟਾ ਬਹੁਤ ਵੱਡੇ ਵੱਡੇ ਪੱਧਰ 'ਤੇ ਦੇਸ਼ਾਂ ਦੇ ਵਿੱਚ ਆਪਸ ਦੇ ਵਿੱਚ ਲੜਾਈਆਂ ਹੋਈਆਂ ਨੇ, ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ, ਜਿਹੜਾ ਭਾਰਤ ਗੁਲਾਮ ਹੋਇਆ ਸੀ, ਦੇਖੋ ਅੰਗਰੇਜ਼ਾਂ ਦਾ ਗੁਲਾਮ ਹੋਇਆ ਸੀ, ਉਹ ਵੀ ਕਿਸੇ ਨਾ ਕਿਸੇ ਵਜ੍ਹਾ ਦੇ ਕਰਕੇ ਕੀ ਸੀ, ਰਿਸੋਰਸਿਸ ਦਾ ਹੀ ਨਤੀਜਾ ਸੀਗਾ। ਕਿਉਂਕਿ ਭਾਰਤ ਦੇ ਵਿੱਚ ਅਜਿਹੀਆਂ ਚੀਜ਼ਾਂ ਸੀਗੀਆਂ ਜਿਹੜੀਆਂ ਬਾਕੀ ਦੇਸ਼ਾਂ ਦੇ ਵਿੱਚ ਪ੍ਰਾਪਤ ਨਹੀਂ ਹੁੰਦੀਆਂ। ਇੱਥੇ ਕੀ ਸੀ, ਮਸਾਲੇ ਸੀਗੇ। ਠੀਕ ਹੈ, ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਕੁਦਰਤੀ ਸਾਧਨ ਸੀ। ਭਾਰਤ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ। ਇਸ ਕਰਕੇ ਨੈਚੁਰਲ ਰਿਸੋਰਸਿਸ ਦੀ ਵਜ੍ਹਾ ਦੇ ਕਰਕੇ ਹੀ ਅੰਗਰੇਜ਼ ਭਾਰਤ ਦੇ ਵਿੱਚ ਇੱਥੇ ਆਏ ਅਤੇ ਭਾਰਤ ਨੂੰ ਲੁੱਟ ਕੇ ਲਿਜਾਂਦੇ ਰਹੇ। ਠੀਕ ਹੈ, ਤਾਂ ਕੋਈ ਦੇਸ਼ ਕਿੰਨਾ ਕੁ ਅਮੀਰ ਹੈ, ਉਹ ਇਸ ਗੱਲ ਤੋਂ ਅੰਦਾਜ਼ਾ ਆਪਾਂ ਲਗਾ ਸਕਦੇ ਹਾਂ ਵੀ ਉੱਥੇ ਕਿੰਨੇ ਕੁ ਸਾਧਨ ਨੇ। ਜਿਹੜੇ ਦੇਸ਼ ਦੇ ਕੋਲ ਜਿੰਨੇ ਜ਼ਿਆਦਾ ਸਾਧਨ ਹੋਣਗੇ, ਉਹ ਦੇਸ਼ ਓਨਾ ਹੀ ਜ਼ਿਆਦਾ ਅਮੀਰ ਹੋਊਗਾ। ਇਹ ਸਾਧਨ ਧਰਤੀ ਦੇ ਹੇਠਾਂ ਜਾਂ ਉੱਪਰ ਮੌਜੂਦ ਹੋ ਸਕਦੇ ਹੈ। ਸਾਧਨ ਨੇ ਜਿਹੜੇ ਕਿਸੇ ਦੇਸ਼ ਦੀ ਜ਼ਮੀਨ ਦੇ ਵਿੱਚ ਧਰਤੀ ਦੇ ਹੇਠਾਂ ਵੀ ਹੁੰਦੇ ਨੇ ਅਤੇ ਧਰਤੀ ਦੇ ਉੱਪਰ ਵੀ ਹੁੰਦੇ ਨੇਗੇ। ਠੀਕ ਹੈ ਨਾ, ਜਿਵੇਂ ਸੋਨਾ, ਚਾਂਦੀ, ਕੋਲਾ ਅਤੇ ਪੈਟਰੋਲੀਅਮ ਹੈ ਜਿਹੜਾ, ਉਹ ਕਿੱਥੇ ਹੈ, ਧਰਤੀ ਦੇ ਨੀਚੇ ਪਾਇਆ ਜਾਂਦਾ। ਜਦ ਕਿ ਜੰਗਲ ਹੋ ਗਏ, ਪਾਣੀ ਹੋ ਗਏ, ਸੂਰਜੀ ਸ਼ਕਤੀ ਹੋ ਗਈ, ਇਹ ਕੀ ਹੈ, ਧਰਤੀ ਦੇ ਬਿਲਕੁਲ ਉੱਪਰ ਮੌਜੂਦ ਹੈ। ਠੀਕ ਹੈ, ਤਾਂ ਧਰਤੀ ਦੇ ਨੀਚੇ ਵੀ ਬਹੁਤ ਸਾਰੇ ਸਾਧਨ ਮੌਜੂਦ ਨੇ ਅਤੇ ਧਰਤੀ ਦੇ ਉੱਪਰ ਵੀ ਬਹੁਤ ਸਾਰੇ ਸਾਧਨ ਮੌਜੂਦ ਨੇ। ਜਿਹੜੇ ਸਾਧਨ ਕਿਸੇ ਲਾਭਦਾਇਕ ਆਰਥਿਕ ਮਕਸਦ ਲਈ ਵਰਤੇ ਜਾਂਦੇ ਹਨ, ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ, ਵਿਕਸਿਤ ਸਾਧਨ ਕਹਿੰਦੇ ਹਾਂ। ਤਾਂ ਧਿਆਨ ਨਾਲ ਗੱਲ ਨੂੰ ਸਮਝੋ, ਵਿਕਸਿਤ ਸਾਧਨ ਜਾਂ ਡਿਵੈਲਪਡ ਰਿਸੋਰਸਿਸ ਕਿਹੜੇ ਹੁੰਦੇ ਨੇ, ਜਿਹੜੇ ਸਾਧਨ ਕਿਸੇ ਲਾਭਦਾਇਕ ਆਰਥਿਕ ਮਕਸਦ ਲਈ ਵਰਤੇ ਜਾਂਦੇ ਨੇ, ਜਿਨ੍ਹਾਂ ਦਾ ਇਸਤੇਮਾਲ ਪ੍ਰੋਪਰ ਹੋ ਰਿਹਾ ਗਾ, ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ, ਵਿਕਸਿਤ ਸਾਧਨ। ਜਿਨ੍ਹਾਂ ਦਾ ਵਿਕਾਸ ਹੋ ਚੁੱਕਿਆ ਹੈ, ਚੀਜ਼ ਆਪਾਂ ਨੂੰ ਮਿਲ ਚੁੱਕੀ ਹੈ, ਉਸ ਦਾ ਅਸੀਂ ਲਗਾਤਾਰ ਪ੍ਰਯੋਗ ਕਰ ਰਹੇ ਹਾਂ, ਉਸ ਨੂੰ ਅਸੀਂ ਕੀ ਕਹਾਂਗੇ, ਵਿਕਸਿਤ ਸਾਧਨ ਕਹਾਂਗੇ। ਅਤੇ ਸੰਭਾਵਿਤ ਸਾਧਨ ਦੇਖੋ ਕਿਹੜੇ ਹੁੰਦੇ ਨੇ, ਜਿਹੜੇ ਸਾਧਨ ਮੌਜੂਦ ਤਾਂ ਹਨ ਪਰ ਉਹਨਾਂ ਦੀ ਕੋਈ ਵਰਤੋਂ ਨਹੀਂ ਹੋ ਰਹੀ। ਵਿਕਸਿਤ ਸਾਧਨ ਦੇ ਵਿੱਚ ਤੁਹਾਨੂੰ ਮੈਂ ਕੀ ਦੱਸਿਆ ਸੀ, ਮੌਜੂਦ ਵੀ ਨੇ ਅਤੇ ਉਹਨਾਂ ਦੀ ਵਰਤੋਂ ਵੀ ਹੋ ਰਹੀ ਹੈ, ਪ੍ਰੋਪਰ ਉਸ ਦਾ ਇਸਤੇਮਾਲ ਹੋ ਰਿਹਾ, ਯੂਟੀਲਾਈਜੇਸ਼ਨ ਹੋ ਰਹੀ ਹੈ। ਕਿਸ ਦੇ ਲਈ ਹੋ ਰਹੀ ਹੈ, ਕਿਸੇ ਲਾਭਦਾਇਕ ਆਰਥਿਕ ਮਕਸਦ ਦੇ ਲਈ ਉਸ ਦੀ ਆਪਾਂ ਯੂਟੀਲਾਈਜੇਸ਼ਨ ਕਰ ਰਹੇ ਹਾਂ, ਉਸ ਨੂੰ ਆਪਾਂ ਕੀ ਕਹਿੰਦੇ ਹਾਂ, ਵਿਕਸਿਤ ਸਾਧਨ ਕਹਿੰਦੇ ਹਾਂ। ਪਰ ਜਿਹੜੇ ਮੰਨ ਲਓ ਪੋਟੈਂਸ਼ੀਅਲ ਰਿਸੋਰਸਿਸ ਹੁੰਦੇ ਨੇ, ਸੰਭਾਵਿਤ ਸਾਧਨ ਹੁੰਦੇ ਨੇ, ਉਹ ਹੁੰਦੇ ਤਾਂ ਹੈਗੇ ਨੇ ਪਰ ਉਹਨਾਂ ਦਾ ਇਸਤੇਮਾਲ ਨਹੀਂ ਆਪਾਂ ਕਰ ਰਹੇ। ਠੀਕ ਹੈ, ਜਿਵੇਂ ਉਦਾਹਰਨ ਦੇ ਤੌਰ 'ਤੇ ਪਹਾੜਾਂ ਤੋਂ ਉਤਰਦੀਆਂ ਨਦੀਆਂ ਬਿਜਲੀ ਪੈਦਾ ਕਰਨ ਵਾਸਤੇ ਇੱਕ ਸੰਭਾਵਿਤ ਸਾਧਨ ਹਨ। ਠੀਕ ਹੈ, ਮੰਨ ਲਓ ਹਿਮਾਲਿਆ ਪਰਬਤ ਦੇ ਵਿੱਚ ਬਹੁਤ ਸਾਰੀਆਂ ਨਦੀਆਂ ਨੇ, ਉਹ ਨਦੀਆਂ ਉਤਰ ਰਹੀਆਂ ਨੇ ਪਰ ਉਹਨਾਂ ਦਾ ਪ੍ਰੋਪਰ ਤੌਰ 'ਤੇ ਆਪਾਂ ਇਸਤੇਮਾਲ ਨਹੀਂ ਕਰ ਰਹੇ। ਉਹ ਕੀ ਹੈ, ਸੰਭਾਵਨਾ ਉਸ ਦੀ ਇਸਤੇਮਾਲ ਕਰਨ ਦੀ, ਸੰਭਾਵਿਤ ਸਾਧਨ ਨੇ ਉਹ, ਪਰ ਆਪਾਂ ਪ੍ਰੋਪਰ ਤੌਰ 'ਤੇ ਉਸ ਦਾ ਇਸਤੇਮਾਲ ਅਜੇ ਨਹੀਂ ਕਰ ਰਹੇ, ਤਾਂ ਉਹ ਕੀ ਨੇ, ਸੰਭਾਵਿਤ ਸਾਧਨ ਨੇ। ਜਦੋਂ ਨਦੀਆਂ ਦੇ ਇਸ ਪਾਣੀ ਤੋਂ ਬਿਜਲੀ ਤਿਆਰ ਕੀਤੀ ਜਾਂਦੀ ਹੈ ਤਾਂ ਇਹ ਕਿਹੜੇ ਸਾਧਨ ਬਣ ਜਾਂਦੇ ਨੇ, ਫਿਰ ਵਿਕਸਿਤ ਸਾਧਨ ਬਣ ਜਾਂਦੇ ਨੇ। ਮਤਲਬ ਦੇਖੋ ਪਹਾੜ ਤੋਂ ਨਦੀਆਂ ਉਤਰ ਰਹੀਆਂ ਨੇ, ਉਹਨਾਂ ਦਾ ਇਸਤੇਮਾਲ ਅਜੇ ਨਹੀਂ ਹੋ ਰਿਹਾ, ਤਾਂ ਉਹ ਕਿਹੜੇ ਸਾਧਨ ਨੇ, ਸੰਭਾਵਿਤ ਸਾਧਨ, ਵੀ ਉਸ ਦੀ ਸੰਭਾਵਨਾ ਹੈ ਵੀ ਆਪਾਂ ਇਸਤੇਮਾਲ ਉਸ ਦਾ ਕਰ ਸਕਦੇ ਹਾਂ। ਠੀਕ ਹੈ, ਦੂਸਰੀ ਗੱਲ, ਜਦੋਂ ਆਪਾਂ ਉਸ ਦਾ ਇਸਤੇਮਾਲ ਕਰ ਲਈਏ
ਉਹਨਾਂ 'ਤੇ ਬੰਨ੍ਹ ਮਾਰ ਕੇ ਆਪਾਂ ਪ੍ਰੋਪਰ ਉਸ ਦੀ ਪਾਣੀ ਦੀ ਵਰਤੋਂ ਬਿਜਲੀ ਬਣਾਉਣ ਵਾਸਤੇ ਕਰਨ ਲੱਗ ਜਾਈਏ ਤਾਂ ਕਿਹੜੇ ਸਾਧਨ ਬਣ ਜਾਂਦੇ ਨੇ? ਉਹ ਡਿਵੈਲਪਡ ਰਿਸੋਰਸਿਸ ਬਣ ਜਾਂਦੇ ਨੇ, ਵਿਕਸਿਤ ਸਾਧਨ ਬਣ ਜਾਂਦੇ ਆ। ਓਕੇ, ਤਾਂ ਇਸੇ ਤਰ੍ਹਾਂ ਧਰਤੀ ਦੇ ਹੇਠਾਂ ਦੱਬਿਆ ਹੋਇਆ ਕੋਲਾ ਇੱਕ ਸੰਭਾਵਿਤ ਸਾਧਨ ਹੈ, ਜਦੋਂ ਕਿ ਵਰਤਿਆ ਜਾ ਰਿਹਾ ਕੋਲਾ ਕੀ ਇੱਕ ਵਿਕਸਿਤ ਸਾਧਨ ਅਖਵਾਉਂਦਾ। ਧਰਤੀ ਦੇ ਥੱਲੇ ਨੀਚੇ ਦੱਬਿਆ ਹੋਇਆ ਕੋਲਾ ਗਾ, ਠੀਕ ਹੈ, ਸਾਨੂੰ ਪਤਾ ਵੀ ਇੱਥੇ ਕੋਲਾ ਦੱਬਿਆ ਹੋਇਆ ਹੈਗਾ, ਤਾਂ ਉਹ ਕੀ ਹੈ? ਇੱਕ ਸੰਭਾਵਿਤ ਸਾਧਨ ਹੈ। ਹਾਲਾਂਕਿ ਜਦੋਂ ਆਪਾਂ ਉਸ ਦਾ ਇਸਤੇਮਾਲ ਕਰਾਂਗੇ ਕੀ ਬਣ ਜੂ? ਉਹ ਵਿਕਸਿਤ ਸਾਧਨ ਬਣ ਜੂਗਾ। ਜਿੰਨਾ ਟਾਈਮ ਤਾਂ ਉਹ ਨੀਚੇ ਦੱਬਿਆ ਹੋਇਆ ਹੈਗਾ, ਠੀਕ ਹੈ, ਆਪਾਂ ਨੂੰ ਪਤਾ ਵੀ ਇੱਥੇ ਕੋਲਾ ਹੈਗਾ, ਉਹਨਾਂ ਟਾਈਮ ਕੀ ਹੈ? ਉਸ ਚੀਜ਼ ਦੀ ਸੰਭਾਵਨਾ ਵੀ ਅਸੀਂ ਇਸ ਦਾ ਕੱਢ ਕੇ ਇਸਤੇਮਾਲ ਕਰ ਲਾਂਗੇ। ਅਤੇ ਜਦੋਂ ਆਪਾਂ ਕੱਢ ਕੇ ਕੋਲੇ ਨੂੰ ਉਸ ਦਾ ਇਸਤੇਮਾਲ ਕਰ ਲਾਂਗੇ, ਪ੍ਰੋਪਰ ਉਸ ਦੀ ਯੂਟੀਲਾਈਜੇਸ਼ਨ ਕਰ ਲਾਂਗੇ, ਉਸ ਨੂੰ ਆਪਾਂ ਕੀ ਕਹਾਂਗੇ? ਵਿਕਸਿਤ ਸਾਧਨ ਕਹਾਂਗੇ ਆਪਾਂ। ਤਾਂ ਇਸ ਤਰ੍ਹਾਂ ਤੁਹਾਨੂੰ ਸਮਝ ਆ ਗਿਆ ਹੋਣਾ ਬੇਟਾ ਵੀ ਵਿਕਸਿਤ ਸਾਧਨ ਅਤੇ ਸੰਭਾਵਿਤ ਸਾਧਨ ਕੀ ਹੈ। ਥਰਡ ਪੁਆਇੰਟ ਆਪਣਾ ਮੁੱਕਣਯੋਗ ਅਤੇ ਨਾ ਮੁੱਕਣਯੋਗ ਸਾਧਨ, ਠੀਕ ਹੈ ਜੀ। ਐਕਸਹੌਸਟੀਬਲ ਐਂਡ ਇਨਐਕਸਹੌਸਟੀਬਲ ਰਿਸੋਰਸਿਸ, ਇਹ ਕਿਹੜੇ ਸਾਧਨ ਨੇ? ਦੇਖੋ, ਮੁੱਕਣਯੋਗ ਸਾਧਨ ਹੈ, ਜਿਵੇਂ ਕਿ ਇਸ ਦੇ ਨਾਮ ਤੋਂ ਹੀ ਪਤਾ ਲੱਗ ਰਿਹਾ ਹੈ ਵੀ ਜਿਹੜੇ ਸਾਧਨਾਂ ਦੀ ਸੰਭਾਵਨਾ ਵੀ ਉਹ ਮੁੱਕ ਸਕਦੇ ਨੇ, ਖਤਮ ਹੋ ਸਕਦੇ ਨੇ, ਉਸ ਨੂੰ ਆਪਾਂ ਕੀ ਕਹਿੰਦੇ ਆ? ਐਕਸਹੌਸਟੀਬਲ ਰਿਸੋਰਸਿਸ ਜਾਂ ਮੁੱਕਣਯੋਗ ਸਾਧਨ ਕਹਿੰਦੇ ਆ, ਠੀਕ ਹੈ। ਜਿਵੇਂ ਉਹ ਸਾਧਨ ਜਿਨ੍ਹਾਂ ਦੀ ਲਗਾਤਾਰ ਅਤੇ ਜ਼ਿਆਦਾ ਵਰਤੋਂ ਉਹਨਾਂ ਨੂੰ ਜਲਦੀ ਖਤਮ ਕਰ ਰਹੀ ਹੈ, ਠੀਕ ਹੈ। ਜਿਵੇਂ ਜਿਵੇਂ ਮਨੁੱਖ ਉਹਨਾਂ ਦਾ ਇਸਤੇਮਾਲ ਕਰ ਰਿਹਾ ਹੈ, ਉਸੇ ਤਰ੍ਹਾਂ ਉਹ ਕੀ ਹੈ? ਲਗਾਤਾਰ ਖਤਮ ਹੋ ਰਹੇ ਹੈ, ਉਸ ਨੂੰ ਆਪਾਂ ਕੀ ਕਹਿੰਦੇ? ਮੁੱਕਣਯੋਗ ਸਾਧਨ ਕਹਿੰਦੇ। ਜਿਵੇਂ ਕਿ ਧਰਤੀ ਹੇਠਲੇ ਪੈਟਰੋਲੀਅਮ ਪਦਾਰਥਾਂ ਨੂੰ ਬਹੁਤ ਤੇਜ਼ੀ ਨਾਲ ਵਰਤਿਆ ਜਾ ਰਿਹਾ ਹੈ, ਤੁਹਾਨੂੰ ਪਤਾ ਹੀ ਹੈ, ਠੀਕ ਹੈ। ਤੇਲ ਦੀ ਵਰਤੋਂ ਵੱਡੇ ਪੱਧਰ 'ਤੇ ਹੋ ਰਹੀ ਹੈ, ਬਹੁਤ ਜ਼ਿਆਦਾ ਵਰਤੋਂ ਇਸ ਦੀ ਮਨੁੱਖ ਕਰ ਰਿਹਾ, ਲਗਾਤਾਰ ਵਰਤੋਂ ਕਰ ਰਿਹਾ ਹੈ। ਇੱਕ ਸਮਾਂ ਅਜਿਹਾ ਆਵੇਗਾ ਜਦੋਂ ਸਾਡੇ ਕੋਲ ਇਹਨਾਂ ਪਦਾਰਥਾਂ ਦੀ ਕਮੀ ਜਾਂ ਅਣਹੋਂਦ ਹੋ ਜਾਵੇਗੀ, ਤਾਂ ਇਹ ਅਜਿਹੇ ਸਾਧਨ ਨੇ ਜਿਹੜੇ ਕੀ ਆ? ਮੁੱਕ ਸਕਦੇ ਨੇਗੇ, ਠੀਕ ਹੈ। ਕਿਉਂਕਿ ਆਪਾਂ ਨੂੰ ਪਤਾ ਹੀ ਹੈ ਜਿਸ ਹਿਸਾਬ ਦੇ ਨਾਲ ਇਸ ਦੀ ਵਰਤੋਂ ਹੋ ਰਹੀ ਹੈ, ਕੋਲਾ ਪੈਟਰੋਲੀਅਮ ਧਰਤੀ ਦੇ ਵਿੱਚੋਂ ਕੱਢਿਆ ਜਾ ਰਿਹਾ ਹੈ, ਕੱਚਾ ਤੇਲ ਲਗਾਤਾਰ ਕੱਢਿਆ ਜਾ ਰਿਹਾ ਹੈ, ਇੱਕ ਨਾ ਇੱਕ ਦਿਨ ਇਸ ਦੀ ਕਮੀ ਸਾਨੂੰ ਜ਼ਰੂਰ ਦੇਖਣ ਨੂੰ ਮਿਲੂਗੀ। ਉਸ ਸਮੇਂ ਮਨੁੱਖ ਨੂੰ ਪਛਤਾਵੇ ਦਾ ਸਾਹਮਣਾ ਕਰਨਾ ਪਊਗਾ। ਇਸ ਲਈ ਇਹਨਾਂ ਮੁੱਕਣਯੋਗ ਸਾਧਨਾਂ ਦੀ ਵਰਤੋਂ ਸਾਨੂੰ ਬਹੁਤ ਹੀ ਸਮਝਦਾਰੀ ਅਤੇ ਸੰਕੋਚ ਦੇ ਨਾਲ ਕਰਨੀ ਚਾਹੀਦੀ ਹੈ। ਸਾਨੂੰ ਪਤਾ ਵੀ ਇਹ ਚੀਜ਼ ਮੁੱਕਣ ਵਾਲੀ ਹੈ, ਠੀਕ ਹੈ, ਤਾਂ ਉਸ ਦੀ ਜਿਹੜੀ ਵਰਤੋਂ ਹੈ ਸਾਨੂੰ ਬਹੁਤ ਹੀ ਧਿਆਨਪੂਰਵਕ ਅਤੇ ਸਾਵਧਾਨੀ ਦੇ ਨਾਲ ਕਰਨੀ ਚਾਹੀਦੀ ਹੈ, ਤਾਂ ਕਿ ਆਪਾਂ ਆਉਣ ਵਾਲੀ ਪੀੜ੍ਹੀ ਦੇ ਵਾਸਤੇ, ਆਉਣ ਵਾਲੇ ਜਿਹੜੇ ਆਪਣੀ ਜਨਰੇਸ਼ਨ ਆ ਉਸ ਦੇ ਵਾਸਤੇ ਸਾਧਨਾਂ ਨੂੰ ਬਚਾ ਕੇ ਰੱਖ ਸਕੀਏ। ਫਿਰ ਆ ਗਏ ਆਪਣੇ ਨਾ ਮੁੱਕਣਯੋਗ ਸਾਧਨ, ਇਨਐਕਸਹੌਸਟੀਬਲ ਰਿਸੋਰਸਿਸ। ਇਹ ਕਿਹੜੇ ਸਾਧਨ ਨੇ? ਜਿਨ੍ਹਾਂ ਦੀ ਵਰਤੋਂ ਕਰਦੇ ਸਮੇਂ ਉਹਨਾਂ ਨੂੰ ਦੁਬਾਰੇ ਨਵਿਆਇਆ ਜਾ ਸਕਦਾ ਗਾ, ਭਾਵ ਉਹਨਾਂ ਨੂੰ ਰੀਨਿਊ ਕੀਤਾ ਜਾ ਸਕਦਾ, ਨਵੇਂ ਬਣ ਸਕਦੇ ਨੇ ਉਹ ਸਾਧਨ, ਠੀਕ ਹੈ ਨਾ। ਧਰਤੀ 'ਤੇ ਕਿਸੇ ਪ੍ਰਕਾਰ ਦੀ ਉਹਨਾਂ ਦੀ ਕਮੀ ਨਹੀਂ ਹੋ ਸਕਦੀ, ਆਪਾਂ ਇਸਤੇਮਾਲ ਕਰੀ ਜਾ ਰਹੇ ਹਾਂ ਤਾਂ ਉਸ ਦੀ ਜਿਹੜੀ ਕਮੀ ਹੈ ਉਹ ਕਦੇ ਵੀ ਨਹੀਂ ਹੋ ਸਕਦੀ। ਉਦਾਹਰਨ ਦੇ ਵਿੱਚ ਇਹਨਾਂ ਨੇ ਦੱਸਿਆ ਸੂਰਜ ਦੀ ਰੌਸ਼ਨੀ, ਠੀਕ ਹੈ ਨਾ। ਸੂਰਜ ਆ ਜਿਹੜਾ ਦੇਖੋ ਕਰੋੜਾਂ ਸਾਲਾਂ ਤੋਂ ਲਗਾਤਾਰ ਸਾਡੀ ਧਰਤੀ ਨੂੰ ਪ੍ਰਕਾਸ਼ਵਾਨ ਕਰਦਾ ਆ ਰਿਹਾ ਹੈ, ਗਰਮੀ ਦਿੰਦਾ ਆ ਰਿਹਾ ਹੈ, ਤਾਂ ਇਹ ਕੀ ਹੈ? ਇੱਕ ਨਾ ਮੁੱਕਣਯੋਗ ਸਾਧਨ ਹੈ। ਅਤੇ ਆਉਣ ਵਾਲੇ ਕਰੋੜਾਂ ਸਾਲਾਂ ਦੇ ਵਿੱਚ ਵੀ ਕੀ ਹੈ? ਇਸ ਦੀ ਉਮਰ ਲਗਾਤਾਰ ਇਸੇ ਤਰ੍ਹਾਂ ਹੀ ਚੱਲਦੀ ਰਹੂ ਅਤੇ ਇਸੇ ਤਰ੍ਹਾਂ ਹੀ ਧਰਤੀ ਨੂੰ ਲਗਾਤਾਰ ਇਹ ਪ੍ਰਕਾਸ਼ਵਾਨ ਕਰਦਾ ਰਹੂ, ਗਰਮੀ ਪ੍ਰਦਾਨ ਕਰਦਾ ਰਹੂਗਾ। ਇਸੇ ਤਰ੍ਹਾਂ ਹਵਾ ਹੋ ਗਈ, ਧਰਤੀ ਦੇ ਉੱਪਰ ਜਿਹੜੀ ਹਵਾ ਦਾ ਗਿਲਾਫ ਹੈ, ਜਿਸ ਨੂੰ ਆਪਾਂ ਕੀ ਕਹਿੰਦੇ ਹਾਂ? ਵਾਯੂਮੰਡਲ ਕਹਿੰਦੇ ਹਾਂ, ਉਹ ਵੀ ਧਰਤੀ ਦੇ ਉੱਪਰ ਇੱਕ ਨਾ ਮੁੱਕਣਯੋਗ ਸਾਧਨ ਹੈ। ਪਰ ਇੰਨਾ ਆਪਣਾ ਜ਼ਰੂਰ ਫਰਜ਼ ਬਣਦਾ ਵੀ ਹਵਾ ਨੂੰ ਆਪਾਂ ਧੁੰਦਲਾ ਨਾ ਕਰੀਏ, ਠੀਕ ਹੈ ਜੀ, ਉਹ ਜ਼ਰੂਰੀ ਹੈ ਸਾਡੇ ਵਾਸਤੇ। ਫਿਰ ਪਾਣੀ ਜਾਂ ਜੰਗਲਾਂ ਨੂੰ ਵਰਤ ਰਹੇ ਹਾਂ, ਪਰੰਤੂ ਇਹ ਖਤਮ ਨਹੀਂ ਹੁੰਦੇ। ਪਾਣੀ ਦੀ ਆਪਾਂ ਵਰਤੋਂ ਕਰ ਰਹੇ ਹਾਂ, ਦੇਖੋ ਪਾਣੀ ਵੈਸੇ ਤਾਂ ਪੀਣਯੋਗ ਪਾਣੀ ਹੈ ਜਿਹੜਾ, ਠੀਕ ਹੈ, ਸ਼ੁੱਧ ਪਾਣੀ ਹੈ, ਉਹ ਲਗਾਤਾਰ ਧਰਤੀ ਦੇ ਉੱਪਰ ਘਟਦਾ ਜਾ ਰਿਹਾ ਹੈ, ਠੀਕ ਹੈ। ਇਸ ਕਰਕੇ ਇਸ ਦੀ ਵਰਤੋਂ ਵੀ ਸਾਨੂੰ ਸਾਵਧਾਨੀ ਦੇ ਨਾਲ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਅਸੀਂ ਲਗਾਤਾਰ ਜੰਗਲਾਂ ਦੀ ਵਰਤੋਂ ਕਰ ਰਹੇ ਹਾਂ, ਪਰ ਇਹ ਰੀਨਿਊ ਕੀਤੇ ਜਾ ਸਕਦੇ ਹੈ, ਠੀਕ ਹੈ ਨਾ। ਇਸ ਕਰਕੇ ਹੀ ਇਸ ਨੂੰ ਕੀ ਕਿਹਾ ਜਾਂਦਾ ਗਾ? ਨਾ ਮੁੱਕਣਯੋਗ ਸਾਧਨ ਕਿਹਾ ਜਾਂਦਾ ਹੈ। ਇਹ ਹੋਰ ਪੈਦਾ ਹੋ ਰਹੇ ਹਨ ਜਾਂ ਪੈਦਾ ਕੀਤੇ ਜਾ ਰਹੇ ਹਨ, ਇਹ ਸਾਧਨ ਲਗਾਤਾਰ ਜਾਂ ਨਿਰੰਤਰ ਉਪਲਬਧ ਹੋ ਰਹੇ ਹਨ, ਇਸ ਕਰਕੇ ਹੀ ਇਹਨਾਂ ਨੂੰ ਕੀ ਕਿਹਾ ਜਾਂਦਾ? ਨਾ ਮੁੱਕਣਯੋਗ ਸਾਧਨ ਕਿਹਾ ਜਾਂਦਾ ਹੈ। ਤਾਂ ਬੇਟਾ ਵੀਡੀਓ ਦੇਖੋ ਕਾਫੀ ਲੰਬੀ ਹੋ ਗਈ, ਇਸ ਕਰਕੇ ਆਪਾਂ ਇਸ ਲੈਸਨ ਦਾ ਜਿਹੜਾ ਨੈਕਸਟ ਟੌਪਿਕ ਰਹਿੰਦਾ ਗਾ, ਚੌਥਾ ਮਿੱਟੀ ਅਤੇ ਭੂਮੀ ਸਾਧਨ, ਠੀਕ ਹੈ ਜੀ। ਪੰਜਵਾਂ ਪੁਆਇੰਟ ਸਮੁੰਦਰੀ ਅਤੇ ਖਣਿਜ ਸਾਧਨ, ਛੇਵਾਂ ਪੁਆਇੰਟ ਮਨੁੱਖੀ ਸਾਧਨ, ਠੀਕ ਹੈ। ਅਤੇ ਸਾਧਨਾਂ ਦੀ ਸਾਂਭ ਸੰਭਾਲ, ਕੰਜ਼ਰਵੇਸ਼ਨ ਆਫ ਰਿਸੋਰਸਿਸ, ਇਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ, ਨੈਕਸਟ ਪਾਰਟ ਦੇ ਵਿੱਚ ਕਰਾਂਗੇ। ਤਾਂ ਸਾਰੇ ਬੱਚੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਫਰੈਂਡਸ ਦੇ ਨਾਲ, ਤਾਂ ਕਿ ਸਾਰੇ ਸਟੂਡੈਂਟਸ ਇਸ ਨੂੰ ਵਧੀਆ ਤਰੀਕੇ ਦੇ ਨਾਲ ਸਮਝ ਸਕਣ ਲੈਸਨ ਨੂੰ, ਠੀਕ ਹੈ। ਅਤੇ ਵੀਡੀਓ ਨੂੰ ਪਸੰਦ ਆਈ ਹੋਵੇ ਵੀਡੀਓ ਤਾਂ ਲਾਈਕ ਕਰੋ ਬੇਟਾ, ਚੈਨਲ ਨੂੰ ਸਬਸਕ੍ਰਾਈਬ ਕਰੋ। ਓਕੇ ਜੀ, ਥੈਂਕ ਯੂ।